ब्रह्म को नित प्रत पढ़े विचारे बुध बिरधाए। वाहेगुरु जी का खालसा वाहेगुरु जी की फतेह। तेग बहादुर सिमरिया करनाऊ निध आवे ताए। सब थाई होए सहाय। अस दीन दयाल पातशाह धर्म रखियक परोपकार दी मूरत तेग दे धने धन धन श्री गुरु तेग बहादुर पातशाह जी सतगुरां जी दे पावन पवित्र अस्थान गुरुद्वारा श्री दुख निवारण साहिब विखे चवर शतर तखत दे मालक शब्दाय अवतार हालत पलत दे रखियक ज्ञान दी जोत दस पातशाहियों के आत्मक स्वरूप धन धन श्री गुरु ग्रंथ साहिब पातशाह जी दी पावन पवित्र हजूरी अंदर पिछले पहर दे सजे हुए सुंदर सचखंड दीवाना दे विच हाजरियां भर रहे सतगुरां जी दे परम प्यार विच परोती होई गुरु रूप गुरु खालसा साध संगत जीओ वडभागे हो जो आप जी निता प्रत सतगुरु जी दे पावन दरबार दियां हाजरियां भर करके अमृतमय बाणी दे शब्द कीर्तन इतिहासक विचारां नूं सरवण करके जीवन और श्वासां नूं सफलियां करदे हुए आत्म कलाहा प्राप्त करदे हो। गुरु घर दे कीर्तनियां पासों आप जी बड़े प्रेम विच पिच करके रब्बी बाणी दे शब्द कीर्तन सरवण कर रहे सी। उपरंत समा बनिया है चल रही लड़ीवार गुर इतिहास दी विचार दा। कल दे प्रकरण अंदर आप जियां ने सरवण कीता सी भाई गुरदास जी अपनी बाणी लिया के जदों रची हुई जो रचना सी जित सतगुरु पातशाह जी का महान सुजस किया गया सी जिस विच गुरमत का उद्देश बड़ा सरल ते सुखैन ढंग नाल दस्सिया गया। बाणी श्रवण करवाई
ਤੇ ਸਤਿਗੁਰੂ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਭਾਈ ਗੁਰਦਾਸ ਜੀ ਆਪਣੀ ਇਹ ਰਚਨਾ ਆਦਿ ਸ੍ਰੀ ਗ੍ਰੰਥ ਦੇ ਵਿੱਚ ਦਰਜ ਕਰ ਲਵੋ। ਤੇ ਬਹੁਤ ਹੀ ਨਿਮਰਤਾ ਨੂੰ ਧਾਰਨ ਕਰਦਿਆਂ ਭਾਈ ਗੁਰਦਾਸ ਜੀ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਮੈਂ ਆਪ ਜੀ ਦੇ ਸੇਵਕਾਂ ਦਾ ਸੇਵਕ ਹਾਂ। ਸੇਵਕ ਜਿਹੜੇ ਹੋਇਆ ਕਰਦੇ ਨੇ, ਦਾਸ ਜਿਹੜੇ ਹੋਇਆ ਕਰਦੇ ਨੇ, ਉਹ ਹਮੇਸ਼ਾ ਧਰਤੀ ਤੇ ਬੈਠਦੇ ਨੇ, ਤੇ ਜਿਹੜੇ ਮਾਲਕ ਹੋਇਆ ਕਰਦੇ ਨੇ, ਪਾਤਸ਼ਾਹ ਹੋਇਆ ਕਰਦੇ ਨੇ, ਉਹ ਸਦਾ ਤਖਤਾਂ ਤੇ ਸ਼ੋਭਦੇ ਨੇ। ਇੱਕ ਜਟੈਣਾ ਜਿਹੜਾ ਉਹ ਸੂਰਜ ਦੀ ਬਰਾਬਰੀ ਨਹੀਂ ਕਰ ਸਕਦਾ। ਸਤਿਗੁਰੂ ਪਾਤਸ਼ਾਹ ਜੀ ਆਪ ਸੂਰਜ ਸਮਾਨ ਜਿਸੇ ਦਿਸ਼ਾਵਾਂ ਦੇ ਵਿੱਚ ਪ੍ਰਕਾਸ਼ ਰਹੇ, ਉਹ ਆਪ ਜੀ ਦਾ ਮਹਾਨ ਪ੍ਰਕਾਸ਼ ਹੈ। ਇਸ ਕਰਕੇ ਮੈਂ ਆਪ ਜੀ ਦੀ ਬਰਾਬਰੀ ਨਹੀਂ ਕਰ ਸਕਦਾ। ਸਤਿਗੁਰੂ ਪਾਤਸ਼ਾਹ ਜੀ ਨੇ 3 ਵਾਰ ਬਚਨ ਕੀਤਾ, ਪਰ ਭਾਈ ਗੁਰਦਾਸ ਜੀ ਹਰ ਵਾਰ ਹੱਥ ਜੋੜਦੇ ਰਹੇ। ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ, ਤੁਹਾਡੀ ਜੋ ਰਚਨਾ ਹੈ, ਜਿਹਦੇ ਵਿੱਚ ਗੁਰਮਤਿ ਦਾ ਉਦੇਸ਼ ਹੈ, ਤੇ ਜਿਹੜਾ ਵੀ ਇਸ ਨੂੰ ਪੜ੍ਹੇਗਾ, ਸੁਣੇਗਾ, ਮਨ ਚਿੱਤ ਲਾ ਕੇ ਉਹਦੇ ਅੰਦਰ ਗੁਰੂ ਪ੍ਰਤੀ ਅਥਾਹ ਪ੍ਰੇਮ ਸ਼ਰਧਾ ਵਧੇਗੀ। ਤੇ ਵਰ ਦਿੱਤਾ ਕਿ ਆਪ ਜੀ ਦੀ ਜੋ ਰਚਨਾ ਵਾਰਾਂ ਨੇ, ਇਹ ਕੁੰਜੀ ਹੈ ਜਿਸ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਸਮਝਣਾ ਹੈ, ਉਹਨੂੰ ਪਹਿਲਾਂ ਕੁੰਜੀ ਲਾਉਣੀ ਪਵੇਗੀ ਤੇ ਜ਼ਿੰਦਰਾ ਜਿਹੜਾ ਉਹ ਖੁੱਲੇਗਾ। ਭਾਵ ਜਿਹੜਾ ਇਹ ਆਪ ਜੀ ਦੀ ਰਚਨਾ ਪੜ੍ਹੇਗਾ, ਵਾਰਾਂ ਨੂੰ ਪੜ੍ਹੇਗਾ, ਉਹਨੂੰ ਗੁਰਬਾਣੀ ਦੀ ਸੋਝੀ ਆਵੇਗੀ, ਸਮਝ ਪਵੇਗੀ। ਇਹ ਵਰ ਦਿੱਤਾ ਤੇ ਅੱਜ ਗੁਰੂ ਘਰ ਦੇ ਵਿੱਚ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਨੇ, ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਵਿਤ ਪ੍ਰਵਾਨਿਤ ਬਾਣੀ ਹੈ, ਉਹਨਾਂ ਦਾ ਕੀਰਤਨ ਗੁਰੂ ਘਰ ਵਿੱਚ ਕੀਤਾ ਜਾ ਸਕਦਾ ਹੈ। ਜੈਸੇ ਕਿ ਭਾਈ ਨੰਦ ਲਾਲ ਜੀ, ਉਹਨਾਂ ਦੀਆਂ ਰਚਨਾ ਉਹ ਵੀ ਪ੍ਰਵਾਨਿਤ ਬਾਣੀ ਗਿਣੀ ਗਈ ਹੈ। ਸੋ ਇਸ ਪ੍ਰਕਾਰ ਦੇ ਨਾਲ ਬਖਸ਼ਿਸ਼ ਕੀਤੀ ਹੈ। ਇਧਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਦੀਵਾਨ ਸਜਦੇ ਨੇ। ਸ੍ਰੀ ਹਰਿਮੰਦਰ ਸਾਹਿਬ ਅੰਦਰ ਸ਼ੋਭਦੇ ਨੇ ਸਤਿਗੁਰੂ ਜੀ। ਬੇਅੰਤ ਸੰਗਤਾਂ ਚੱਲ ਕੇ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੀਆਂ। ਬੇਅੰਤ ਭਗਤ ਜਨ ਚੱਲ ਕੇ ਆਉਂਦੇ, ਸਤਿਗੁਰੂ ਪਾਤਸ਼ਾਹ ਜੀ ਦੇ ਦੀਦਾਰ ਕਰਦੇ। ਇਸੇ ਤਰ੍ਹਾਂ ਇੱਕ ਦਿਨ ਜਿਹੜੇ ਚਾਰੇ ਵੇਦ ਹੋਏ ਨੇ, ਉਹ ਭੱਟਾਂ ਦੇ ਰੂਪ ਵਿੱਚ ਮਨੁੱਖੀ ਸਰੀਰ ਧਾਰਨ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਚੱਲ ਕੇ ਆਏ ਨੇ। ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਮਹਿਮਾ ਨੂੰ ਜਾਣਿਆ, ਵੇਖਿਆ। ਤੇ ਜਿਸ ਤਰ੍ਹਾਂ ਇਹ ਵੇਦਾਂ ਨੇ ਇਹ ਮਨੁੱਖੀ ਸਰੀਰ ਧਾਰਨ ਕੀਤੇ, ਉਹ ਜਿਹੜਾ ਪ੍ਰਸੰਗ ਹੈ ਕਵੀ ਸੰਤੋਖ ਸਿੰਘ ਜੀ ਅੱਗੇ ਉਸ ਬਾਬਤ ਦੱਸ ਰਹੇ ਨੇ। ਆਓ ਇਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਸੁਨੋ ਸਿੱਖ ਸਤਿਗੁਰ ਕੀ ਮਹਿਮਾ, ਜਿਸ ਤੇ ਮਨ ਬਾਛਤ ਫਲ ਪਾਏ।
ਹੈ ਗੁਰਸਿੱਖੋ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਹਾਨ ਮਹਿਮਾ ਨੂੰ ਸਰਵਨ ਕਰੋ, ਜਿਸ ਨੂੰ ਸਰਵਨ ਕਰਨ ਦੇ ਨਾਲ ਮਨ ਇੱਛਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਸਤਿਗੁਰੂ ਜੀ ਦੀ ਮਹਾਨ ਮਹਿਮਾ ਨੂੰ ਸੁਣਦਾ ਹੈ, ਸਰਵਨ ਕਰਦਾ ਹੈ ਪ੍ਰੇਮ ਦੇ ਨਾਲ, ਉਹਨੂੰ ਮਨ ਇੱਛਤ ਫਲ ਜਿਹੜੇ ਨੇ ਉਹ ਪ੍ਰਾਪਤ ਹੁੰਦੇ ਹਨ। ਸਭ ਬੇਦਨ ਅਵਤਾਰ ਤਰਿਓ ਜਿਮ, ਸੋ ਪਰ ਸੰਗ ਸਭ ਦਿਓ ਸੁਨਾਏ। ਹੁਣ ਇਹ ਜਿਹੜੇ ਚਾਰ ਵੇਦ ਹੋਏ ਨੇ, ਇਹ ਚਾਰ ਵੇਦਾਂ ਨੇ ਇਸ ਮਾਤ ਲੋਕ ਦੇ ਵਿੱਚ ਅਵਤਾਰ ਧਾਰਨ ਕਰਕੇ ਆਉਣ ਦਾ ਕੀ ਕਾਰਨ ਹੈ? ਕਿਸ ਕਰਕੇ ਇਹਨਾਂ ਨੇ ਅਵਤਾਰ ਧਾਰਿਆ? ਉਹ ਪ੍ਰਸੰਗ ਜਿਹੜਾ ਹੈ ਅੱਗੇ ਮੈਂ ਆਪ ਜੀ ਨੂੰ ਸਰਵਨ ਕਰਵਾਉਂਦਾ ਹਾਂ। ਕਾਂਸ਼ੀ ਬਾਸ ਸ਼ਰੂਤੀ ਸਭ ਠਾਨਤ, ਸਭ ਵਿਦਿਆ ਕੋ ਜੈ ਸਮੁਦਾਏ। ਕਾਸ਼ੀ ਜੋ ਵਿਦਿਆ ਦਾ ਕੇਂਦਰ ਮੰਨਿਆ ਗਿਆ ਹੈ, ਕਾਸ਼ੀ ਦੇ ਵਿੱਚ ਸਾਰੇ ਵੇਦ ਵਾਸਾ ਕਰਦੇ ਨੇ, ਜਿੱਥੇ ਸਾਰੀਆਂ ਵਿਦਿਆਵਾਂ ਦਾ ਇਕੱਠ ਹੈ। ਨਿਰਨੇ ਹੋਤ ਬ੍ਰਹਮ ਕੋ ਨਿਤ ਪ੍ਰਤ, ਬੜੇ ਵਿਚਾਰੇ ਬੁੱਧ ਬਿਰਧਾਏ। ਜਿਨ੍ਹਾਂ ਵੇਦਾਂ ਨੂੰ ਪੜ੍ਹਨ ਦੇ ਨਾਲ ਬ੍ਰਹਮ ਦਾ ਨਿਰਣਾ ਕੀਤਾ ਜਾਂਦਾ ਹੈ। ਨਿਤ ਪ੍ਰਤ ਦਿਨ ਪੜ੍ਹ ਕੇ ਵੇਦਾਂ ਨੂੰ ਬ੍ਰਹਮ ਦਾ ਨਿਰਣਾ ਕਰਦੇ ਨੇ, ਤੇ ਜਿਨ੍ਹਾਂ ਨੂੰ ਵਿਚਾਰਨ ਦੇ ਨਾਲ ਜਿਹੜੀ ਬੁੱਧੀ ਹੈ ਉਹ ਬੁੱਧੀ ਦੇ ਵਿੱਚ ਵਾਧਾ ਹੁੰਦਾ ਹੈ। ਬਾਸ ਕਰਤ ਇਕ ਸਮੇਂ ਵੇਦ ਤੈ, ਅਤਿਸ਼ੈ ਹਿਰਦੇ ਕੀਨ ਹੰਕਾਰ। ਇਸ ਤਰ੍ਹਾਂ ਕਾਸ਼ੀ ਦੇ ਵਿੱਚ ਜਦੋਂ ਵੇਦਾਂ ਦਾ ਵਾਸਾ ਸੀ, ਤੇ ਇੱਕ ਦਿਨ ਵੇਦਾਂ ਦੇ ਮਨ ਦੇ ਅੰਦਰ ਵਸਦਿਆਂ ਹੋਇਆਂ ਇੱਥੇ ਰਹਿੰਦਿਆਂ ਹੰਕਾਰ ਆ ਗਿਆ। ਇਹਨਾਂ ਨੇ ਹਿਰਦੇ ਅੰਦਰ ਹੰਕਾਰ ਧਾਰਨ ਕੀਤਾ। ਨਿਰਨੋ ਹਮ ਤੇ ਹੋਤ ਬ੍ਰਹਮ ਕੋ, ਕਰੇ ਵਿਚਾਰਨ ਸਾਰ ਅਸਾਰ। ਕਹਿਣ ਲੱਗੇ ਕਿ ਬ੍ਰਹਮ ਦਾ ਨਿਰਣਾ ਅਸੀਂ ਕਰਦੇ ਹਾਂ। ਜੇ ਕਿਸੇ ਨੇ ਬ੍ਰਹਮ ਦਾ ਨਿਰਣਾ ਕਰਨਾ ਹੈ ਤਾਂ ਉਹ ਬ੍ਰਹਮ ਦਾ ਨਿਰਣਾ ਸਾਡੇ ਤੋਂ ਹੁੰਦਾ ਹੈ, ਅਸੀਂ ਕਰਦੇ ਹਾਂ। ਸੱਚ ਤੇ ਝੂਠ ਦੇ ਜਿਹੜੀ ਪਛਾਣ ਹੈ ਉਹ ਸਾਡੇ ਦੁਆਰਾ ਕੀਤੀ ਜਾਂਦੀ ਹੈ। ਨਹੀਂ ਤਾਂ ਅੰਧਕਾਰ ਬਿਸਤਰ ਹੈ, ਹਮ ਤੇ ਜਗਤ ਪ੍ਰਕਾਸ਼ ਉਧਾਰ। ਜੇਕਰ ਅਸੀਂ ਬ੍ਰਹਮ ਦਾ ਗਿਆਨ ਨਾ ਦਈਏ, ਬ੍ਰਹਮ ਦਾ ਗਿਆਨ ਨਾ ਕਰਵਾਈਏ, ਤੇ ਜੇਕਰ ਝੂਠ ਤੇ ਸੱਚ ਦੀ ਪਹਿਚਾਣ ਨਾ ਕਰਵਾਈਏ, ਤਾਂ ਸੰਸਾਰ ਵਿੱਚ ਚਾਰੇ ਪਾਸੇ ਜਿਹੜਾ ਹਨੇਰਾ ਫੈਲ ਜਾਵੇ, ਅੰਧਕਾਰ ਅਗਿਆਨਤਾ ਦਾ ਹਨੇਰਾ ਫੈਲ ਜਾਵੇ। ਤੇ ਇਸ ਕਰਕੇ ਜਗਤ ਦੇ ਵਿੱਚ ਜੋ ਸ੍ਰੇਸ਼ਟ ਪ੍ਰਕਾਸ਼ ਹੈ ਉਹ ਸਾਡੇ ਕਰਕੇ ਹੀ ਹੁੰਦਾ ਹੈ। ਅਗਿਆਨੀ ਮਨ ਲਹੇ ਗਿਆਨ ਕੋ, ਪਾਏ ਮੁਕਤ ਕੋ ਬੰਧਨ ਟਾਰ। ਤੇ ਇਸ ਕਰਕੇ ਅਗਿਆਨੀ ਮਨੁੱਖ ਜਿਹੜੇ ਨੇ ਉਹ ਸਾਨੂੰ ਪੜ੍ਹ ਕੇ ਬ੍ਰਹਮ ਦੀ ਵਿਚਾਰ ਕਰਦੇ ਆਇਆ ਸਾਡੇ ਕੋਲੋਂ ਗਿਆਨ ਦੀ ਪ੍ਰਾਪਤੀ ਕਰਦੇ ਨੇ, ਗਿਆਨ ਪ੍ਰਾਪਤ ਕਰ ਲੈਂਦੇ ਨੇ, ਪਾਏ ਮੁਕਤ ਤੇ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਤੇ ਜਿਹੜੇ ਜਨਮ ਮਰਨ ਦੇ ਬੰਧਨ ਨੇ, ਵਿਕਾਰਾਂ ਦੇ ਬੰਧਨ ਨੇ, ਉਹਨਾਂ ਨੂੰ ਖਤਮ ਕਰ ਲੈਂਦੇ ਹਨ। ਪਾਰ ਬ੍ਰਹਮ ਨੇ ਲਖ ਬੇਦਨ ਗਤ, ਜਿਨ ਕੇ ਪਇਓ ਹੰਕਾਰ ਵਿਕਾਰ। ਹੁਣ ਪਾਰ ਬ੍ਰਹਮ ਪਰਮੇਸ਼ਰ ਨੇ ਜਾਣਿਆ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵੇਖਿਆ ਕਿ ਇਹ ਜਿਹੜੇ ਵੇਦ ਨੇ, ਇਹ ਵੇਦਾਂ ਦਾ ਅੰਦਰ ਹੰਕਾਰ ਜਿਹੜਾ ਉਹ ਬਹੁਤ ਵੱਧ ਗਿਆ। ਇਹ ਇਸ ਤਰ੍ਹਾਂ ਹੋਇਆ, ਇੱਕ ਦਿਨ ਬ੍ਰਹਮਪੁਰੀ ਦੇ ਵਿੱਚ ਦੇਵਤਿਆਂ ਦੀ ਸਭਾ ਲੱਗੀ ਹੋਈ ਸੀ, ਤੇ ਬ੍ਰਹਮਪੁਰੀ ਦੇ ਵਿੱਚ ਬ੍ਰਹਮਾ ਹਾਜ਼ਰ ਸੀ, ਤੇ ਉੱਥੇ ਇਹ ਚਾਰੇ ਵੇਦ ਬ੍ਰਹਮਪੁਰੀ ਦੇ ਵਿੱਚ ਬ੍ਰਹਮਾ ਦੇ ਕੋਲ ਹਾਜ਼ਰ ਸਨ। ਸਭਾ ਲੱਗੀ ਹੋਈ ਸੀ ਦੇਵਤਿਆਂ ਦੀ, ਤੇ ਇਹਨਾਂ ਦੇ ਮਨ ਵਿੱਚ ਇਹ ਹੰਕਾਰ ਆ ਗਿਆ ਕਿ ਜਿਹੜਾ
ਬ੍ਰਹਮ ਦਾ ਨਿਰਣੈ ਉਹ ਅਸੀਂ ਕਰਦੇ ਹਾਂ, ਸੱਚ ਝੂਠ ਦੀ ਪਹਿਚਾਣ ਅਸੀਂ ਕਰਵਾਉਂਦੇ ਹਾਂ। ਜੇ ਅਸੀਂ ਐਸਾ ਨਾ ਕਰੀਏ ਤੇ ਜਗਤ ਦੇ ਵਿੱਚ ਚਾਰੇ ਪਾਸੇ ਅੰਧਕਾਰ ਫੈਲ ਜਾਵੇ। ਜਦੋਂ ਇਹ ਅਹੰਕਾਰ ਆ ਗਿਆ, ਪਾਰ ਬ੍ਰਹਮ ਪਰਮੇਸ਼ਰ ਨੇ ਵੇਖਿਆ, ਅਕਾਲ ਪੁਰਖ ਵਾਹਿਗੁਰੂ ਨੇ, ਕਿ ਇਹਨਾਂ ਨੇ ਤਾਂ ਹਿਰਦੇ ਅੰਦਰ ਹੰਕਾਰ ਧਾਰਨ ਕਰ ਲਿਆ। ਇਹਨਾਂ ਦਾ ਹੰਕਾਰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਇਹ ਗੱਲ ਨੂੰ ਜਾਣਦੇ ਆ, ਜਦੋਂ ਮਨ ਅੰਦਰ ਹੰਕਾਰ ਧਾਰਨ ਕੀਤਾ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬ੍ਰਹਮਪੁਰੀ ਦੇ ਵਿੱਚ ਵਿਸ਼ਨੂੰ ਜੀ ਨੂੰ ਭੇਜ ਦਿੱਤਾ ਕਿ ਜਾਓ, ਇਹਨਾਂ ਦੇ ਅੰਦਰ ਜਿਹੜਾ ਹੰਕਾਰ ਵਧਿਆ ਉਹ ਹੰਕਾਰ ਦੂਰ ਕਰੋ। ਹੁਣ ਜਦੋਂ ਵਿਸ਼ਨੂੰ ਜੀ ਚੱਲ ਕੇ ਬ੍ਰਹਮਪੁਰੀ ਦੇ ਵਿੱਚ ਆਏ ਤਾਂ ਸਾਰੇ ਜਿੰਨੇ ਵੀ ਦੇਵਤੇ ਸਨ, ਕਿਉਂਕਿ ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਤਿੰਨ ਗੁਣ ਮੰਨੇ ਗਏ ਨੇ। ਸ਼ਿਵ ਜੀ ਉਹ ਤਮੋ ਗੁਣ ਦੇ ਧਾਰਨੀ ਨੇ, ਬ੍ਰਹਮਾ ਜੀ ਉਹ ਰਜੋ ਗੁਣ ਦੇ ਧਾਰਨੀ ਨੇ, ਤੇ ਵਿਸ਼ਨੂੰ ਜੀ ਸਤੋ ਗੁਣ ਦੇ। ਤਮੋ ਗੁਣ ਦੇ ਨਾਲੋਂ ਰਜੋ ਗੁਣ ਵੱਡਾ ਹੈ ਤੇ ਰਜੋ ਗੁਣ ਦੇ ਨਾਲੋਂ ਸਤੋ ਗੁਣ ਵੱਡਾ ਹੈ। ਹੁਣ ਜਦੋਂ ਜਿਹੜਾ ਵੱਡਾ ਹੈ ਤੇ ਵੱਡੇ ਦਾ ਸਤਿਕਾਰ ਤਾਂ ਕਰਨਾ ਹੀ ਪਵੇਗਾ ਨਾ। ਵੱਡੇ ਅੱਗੇ ਹਰ ਬੰਦਾ ਝੁਕਦਾ ਹੈ, ਜਿਹਦੇ ਅੰਦਰ ਸਿਆਣਪ ਹੈ, ਜਿਹਨੂੰ ਸੋਝੀ ਹੈ, ਉਹ ਵੱਡਿਆਂ ਦਾ ਸਤਿਕਾਰ ਕਰਦਾ ਹੈ। ਹੁਣ ਵਿਸ਼ਨੂੰ ਜੀ ਸਤੋ ਗੁਣ ਦੇ ਧਾਰਨੀ ਸਨ, ਇਸ ਕਰਕੇ ਸਾਰਿਆਂ ਚੋਂ ਵੱਡੇ ਸਨ। ਤੇ ਜਦੋਂ ਸਭਾ ਚ ਆਏ, ਸਾਰੇ ਦੇਵਤਿਆਂ ਨੇ ਉਹਨਾਂ ਦਾ ਸਤਿਕਾਰ ਕੀਤਾ, ਉੱਠ ਕੇ ਖੜੇ ਹੋਏ ਆਦਰ ਦੇਣ ਵਾਸਤੇ, ਸਤਿਕਾਰ ਕਰਨ ਵਾਸਤੇ, ਝੁਕ ਕੇ ਉਹਨਾਂ ਨੂੰ ਵੰਦਨਾ ਕੀਤੀ। ਹੁਣ ਜਿਹੜਾ ਬ੍ਰਹਮਾ ਦੇ ਸਮੇਤ ਦੇ ਚਾਰੇ ਵੇਦ ਸਨ, ਹੁਣ ਇਹ ਹੰਕਾਰ ਦੀ ਧਾਰਨੀ ਸਨ। ਹੰਕਾਰ ਵਧਿਆ ਹੋਇਆ ਸੀ ਤੇ ਗਿਆਨ ਤਾਂ ਸਾਡੇ ਕੋਲ ਹੈ, ਇਸ ਕਰਕੇ ਨਾ ਤਾਂ ਚਾਰੇ ਵੇਦ ਖੜੇ ਹੋਏ ਤੇ ਨਾ ਬ੍ਰਹਮਾ ਜੀ ਉੱਠ ਕੇ ਖੜੇ ਹੋਏ। ਇਹਨਾਂ ਨੇ ਕੋਈ ਵਿਸ਼ਨੂੰ ਜੀ ਦਾ ਸਤਿਕਾਰ ਨਾ ਕੀਤਾ। ਪਰਮੇਸ਼ਰ ਨੇ, ਵਾਹਿਗੁਰੂ ਨੇ ਦੇਖਿਆ ਕਿ ਬਹੁਤ ਹੰਕਾਰ ਇਹਨਾਂ ਅੰਦਰ ਵਧਿਆ। ਇਹਨਾਂ ਨੇ ਤਾਂ ਵਿਸ਼ਨੂੰ ਜੀ ਦਾ ਸਤਿਕਾਰ ਵੀ ਨਹੀਂ ਕੀਤਾ, ਉਹਨਾਂ ਦੇ ਸਤਿਕਾਰ ਲਈ ਉੱਠ ਕੇ ਖੜੇ ਹੀ ਨਹੀਂ ਹੋਏ। ਇਹਨਾਂ ਨੇ ਤੇ ਆਪਣੇ ਆਪ ਨੂੰ ਉਹਨਾਂ ਤੋਂ ਵੀ ਵੱਡੇ ਗਿਣ ਲਿਆ। ਹੁਣ ਇਹਨਾਂ ਦਾ ਹੰਕਾਰ ਜਿਹੜਾ ਉਹ ਦੂਰ ਕਰਨਾ ਬਹੁਤ ਜ਼ਰੂਰੀ ਹੈ। ਉਸੇ ਵਕਤ ਆਕਾਸ਼ਬਾਣੀ ਹੋਈ, ਤੇ ਜਦੋਂ ਆਕਾਸ਼ਬਾਣੀ ਹੋਈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਹਾ, ਕਹਿਣ ਲੱਗੇ ਬ੍ਰਹਮਾ ਨੂੰ ਤੇ ਚਾਰੇ ਵੇਦਾਂ ਨੂੰ ਕਿ ਤੁਸੀਂ ਇੰਨਾ ਜ਼ਿਆਦਾ ਹੰਕਾਰ ਧਾਰਨ ਕਰ ਬੈਠੇ ਹੋ ਫਜ਼ੂਲ ਦਾ। ਤੁਸੀਂ ਵਿਸ਼ਨੂੰ ਦਾ ਵੀ ਸਤਿਕਾਰ ਨਹੀਂ ਕੀਤਾ। ਅੱਜ ਤੁਸੀਂ ਸਾਰਿਆਂ ਨੇ ਮਰਿਆਦਾ ਭੰਗ ਕੀਤੀ ਹੈ। ਜੇ ਤੁਸੀਂ ਦੇਵਤੇ ਹੋ ਕੇ, ਵੇਦ ਤੁਸੀਂ ਸਾਰਾ ਗਿਆਨ ਰੱਖਣ ਵਾਲੇ, ਜੇ ਤੁਸੀਂ ਮਰਿਆਦਾ ਭੰਗ ਕਰੋਗੇ ਤੇ ਦੁਨੀਆ ਦੇ ਲੋਕ ਕਿਵੇਂ ਮਰਿਆਦਾ ਕਾਇਮ ਰੱਖਣਗੇ? ਜਿਹੜਾ ਮਰਿਆਦਾ ਜਿਹਨੇ ਕਾਇਮ ਰੱਖਣੀ ਹੈ, ਜੇ ਉਹ ਹੀ ਭੰਗ ਕਰ ਦੇਵੇ, ਕਾਨੂੰਨ ਬਣਾਉਣ ਵਾਲੇ ਕਾਨੂੰਨ ਨੂੰ ਆਪ ਹੀ ਟਿੱਚ ਸਮਝਣ, ਉਹਨੂੰ ਭੰਗ ਕਰ ਦੇਣ, ਤੇ ਦੁਨੀਆ ਦੇ ਲੋਕ ਜਿਹੜੇ ਉਹਨਾਂ ਉੱਤੇ ਕਾਨੂੰਨ ਦਾ ਕੀ ਅਸਰ ਹੋਵੇਗਾ? ਇਸ ਕਰਕੇ ਕਹਿਣ ਲੱਗੇ ਕਿ ਮੇਰੇ ਵੱਲੋਂ ਤੁਹਾਨੂੰ ਇਹ ਬਚਨ ਹੈ ਕਿ ਤੁਸੀਂ ਜਾਓ, ਸੰਸਾਰ ਦੇ ਵਿੱਚ ਮਨੁੱਖੀ ਸਰੀਰ ਧਾਰਨ ਕਰੋ ਤੇ ਜੰਮਣ ਮਰਨ ਦੇ ਚੱਕਰ ਵਿੱਚ ਤੁਸੀਂ ਪਏ ਰਹੋਗੇ। ਤੁਸੀਂ ਜਿਹੜੀ ਅੱਜ ਮਰਿਆਦਾ ਜਿਹੜੀ ਹੈ ਭੰਗ ਕੀਤੀ ਹੈ, ਇਹਦੀ ਇਹ ਸਜ਼ਾ ਹੈ ਤੁਹਾਨੂੰ ਕਿ ਜਾਓ ਜਗਤ ਦੇ ਵਿੱਚ, ਮਾਤ ਲੋਕ ਵਿੱਚ ਜਾ ਕੇ ਮਨੁੱਖੀ ਸਰੀਰ ਧਾਰਨ ਕਰਕੇ ਜਨਮ ਮਰਨ ਦੇ ਚੱਕਰ ਵਿੱਚ ਪਏ ਰਹੋ। ਤੁਸੀਂ ਜਿਹੜਾ ਹੰਕਾਰ ਧਾਰਨ ਕੀਤਾ ਹੈ, ਮਰਿਆਦਾ ਨੂੰ ਭੰਗ ਕੀਤਾ, ਇਹ ਸਜ਼ਾ ਤੁਹਾਨੂੰ ਮਿਲੇਗੀ। ਹੁਣ ਇਹ ਆਕਾਸ਼ਬਾਣੀ ਹੋਈ, ਉਸ ਤੋਂ ਬਾਅਦ ਚਾਰੇ ਪਾਸੇ ਚੁੱਪ ਪਸਰ ਗਈ। ਬਹੁਤ ਡਰੇ। ਮਨੁੱਖ ਦੇ ਅੰਦਰ ਜਦੋਂ ਹੰਕਾਰ ਹੋਵੇ ਤੇ ਹੰਕਾਰ ਹੁੰਦਿਆਂ ਹੋਇਆਂ ਉਹ ਦੂਜਿਆਂ ਨੂੰ ਟਿੱਚ ਜਾਣਦਾ ਹੈ ਤੇ ਆਪਣੇ ਆਪ ਨੂੰ ਬਹੁਤ ਵੱਡਾ ਗਿਣਦਾ ਹੈ।
ਤੇ ਜਦੋਂ ਦਾ ਹੰਕਾਰ ਨਿਕਲ ਜਾਂਦਾ ਹੈ ਅੰਦਰੋਂ, ਫਿਰ ਉਹ ਇੰਨੇ ਨਿਮਰਤਾ ਨੂੰ ਧਾਰਨ ਕਰਕੇ ਹਰ ਕਿਸੇ ਦੇ ਚਰਨ ਪਕੜਨ ਲਈ ਤਿਆਰ ਹੋ ਜਾਂਦਾ ਹੈ। ਜਦੋਂ ਇਹ ਆਕਾਸ਼ਬਾਣੀ ਹੋਈ ਹੈ, ਸਜ਼ਾ ਮਿਲ ਗਈ ਪਰਮੇਸ਼ਰ ਵੱਲੋਂ, ਹੁਣ ਇਹਨਾਂ ਦੇ ਹਿਰਦੇ ਦਾ ਹੰਕਾਰ ਨਿਕਲਦਿਆਂ ਦੇਰੀ ਨਹੀਂ ਲੱਗੀ। ਬੜੇ ਭੈਭੀਤ ਹੋਏ, ਪਛਤਾਉਣ ਲੱਗੇ। ਹੁਣ ਇਹਨਾਂ ਨੇ ਉੱਠ ਕੇ ਵਿਸ਼ਨੂੰ ਜੀ ਦੇ ਚਰਨ ਜਿਹੜੇ ਸਨ ਉਹ ਪਕੜ ਲਏ। ਕਹਿਣ ਲੱਗੇ ਕਿ ਹੁਣ ਗਲਤੀ ਸਾਡੀ ਛੋਟੀ ਹੈ, ਪਰ ਸਜ਼ਾ ਸਾਨੂੰ ਬਹੁਤ ਵੱਡੀ ਮਿਲ ਗਈ ਹੈ। ਛੋਟੀ ਗਲਤੀ ਦੀ ਸਜ਼ਾ ਵੱਡੀ ਹੈ ਸਾਨੂੰ ਪ੍ਰਾਪਤ ਹੋ ਗਈ ਹੈ, ਤੇ ਹੁਣ ਕਿਰਪਾ ਕਰੋ, ਸਾਨੂੰ ਦੱਸੋ ਕਿ ਸਾਨੂੰ ਦੁਬਾਰਾ ਕਦੋਂ ਅਸੀਂ ਬ੍ਰਹਮ ਲੋਕ ਦੇ ਵਿੱਚ ਆਵਾਂਗੇ। ਵਿਸ਼ਨੂੰ ਜੀ ਕਹਿਣ ਲੱਗੇ ਕਿ ਜਿਹੜੀ ਆਕਾਸ਼ਬਾਣੀ ਹੋਈ ਹੈ ਉਹਨੂੰ ਟਾਲਿਆ ਨਹੀਂ ਜਾ ਸਕਦਾ। ਉਹ ਪਰਮੇਸ਼ਰ ਦੇ ਕਹੇ ਹੋਏ ਬਚਨ ਅਵਸ਼ ਪੂਰੇ ਹੋਣਗੇ। ਉਹਨਾਂ ਨੂੰ ਰੋਕਣ ਦੀ, ਟਾਲਣ ਦੀ ਮੇਰੇ ਵਿੱਚ ਵੀ ਤਾਕਤ ਨਹੀਂ, ਕੋਈ ਰੋਕ ਨਹੀਂ ਸਕਦਾ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਮੈਂ ਵੀ ਤੁਹਾਡੇ ਨਾਲ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਬੇਨਤੀ ਕਰਦਾ, ਉਹ ਆਪਣੀ ਸਾਰਿਆਂ ਦੀ ਬੇਨਤੀ ਮੰਨ ਲਵੇ ਤੇ ਉਹ ਬਖਸ਼ ਵੀ ਦਿੰਦਾ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਇਹ ਉਹਦਾ ਮੁੱਢ ਕਦੀਮੀ ਸੁਭਾਅ ਹੈ। ਜਿਹੜਾ ਉਹਦੀ ਸ਼ਰਨ ਵਿੱਚ ਆਂਦਾ ਹੈ ਉਹਨਾਂ ਨੂੰ ਬਖਸ਼ ਲੈਂਦਾ ਹੈ। ਹੁਣ ਇਹਨਾਂ ਸਾਰਿਆਂ ਨੇ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੱਗੇ ਬੇਨਤੀ ਕੀਤੀ ਕਿ ਜੋ ਅਸੀਂ ਗਲਤੀ ਕੀਤੀ, ਗਲਤੀ ਦੇ ਨਾਲੋਂ ਸਜ਼ਾ ਜਿਹੜੀ ਹੈ ਉਹ ਵੱਡੀ ਪ੍ਰਾਪਤ ਹੋਈ ਹੈ। ਵਿਸ਼ਨੂੰ ਜੀ ਕਹਿਣ ਲੱਗੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੋ, ਇਹਨਾਂ ਦਾ ਦੋਸ਼ ਕਦੋਂ ਬਖਸ਼ਿਆ ਜਾਵੇਗਾ ਤੇ ਕਦੋਂ ਇਹ ਬ੍ਰਹਮਪੁਰੀ ਵਿੱਚ ਆ ਸਕਣਗੇ। ਇਹ ਤੁਹਾਡੀ ਸ਼ਰਨ ਵਿੱਚ ਨੇ ਹੁਣ। ਤੇ ਫਿਰ ਦੁਬਾਰਾ ਆਕਾਸ਼ਬਾਣੀ ਹੋਈ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਹਾ, ਕਹਿਣ ਲੱਗੇ ਕਿ ਕਲਯੁਗ ਦਾ ਸਮਾਂ ਆਵੇਗਾ, ਓਨੀ ਦੇਰ ਤੱਕ ਇਹ ਜਨਮ ਲੈਂਦੇ ਰਹਿਣਗੇ, ਇਹਨਾਂ ਦੀ ਮੌਤ ਹੁੰਦੀ ਰਹੇਗੀ, ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿਣਗੇ। ਕਲਯੁਗ ਦਾ ਸਮਾਂ ਆਵੇਗਾ ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਅਸੀਂ ਗੁਰੂ ਨਾਨਕ ਦੇ ਰੂਪ ਵਿੱਚ ਕਲਯੁਗ ਦੇ ਸਮੇਂ ਵਿੱਚ ਆਵਾਂਗੇ ਜਗਤ ਦੇ ਲੋਕਾਂ ਦਾ ਉਧਾਰ ਕਰਨ ਵਾਸਤੇ। ਤੇ ਉਸ ਵਕਤ ਜਦੋਂ ਅਸੀਂ ਪੰਜਵੇਂ ਜਾਮੇ ਵਿੱਚ ਹੋਵਾਂਗੇ, ਭਾਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਵਰੂਪ ਵਿੱਚ, ਉਸ ਵਕਤ ਅਸੀਂ ਇੱਕ ਵੱਡਾ ਜਹਾਜ਼ ਤਿਆਰ ਕਰਾਂਗੇ। ਉਹ ਵੱਡੇ ਜਹਾਜ਼ ਦੇ ਵਿੱਚ ਜਗਤ ਦੇ ਲੋਕਾਂ ਨੂੰ ਬਿਠਾ ਕਰਕੇ ਸੰਸਾਰ ਸਾਗਰ ਤੋਂ ਪਾਰ ਕਰਾਂਗੇ। ਜਿਸ ਵਕਤ ਇਹ ਜਹਾਜ਼ ਤਿਆਰ ਹੋ ਰਿਹਾ ਹੋਵੇਗਾ, ਉਸ ਵਕਤ ਤੁਸੀਂ ਚੱਲ ਕੇ ਆਓਗੇ ਔਰ ਉੱਥੇ ਆ ਕੇ ਦਰਸ਼ਨ ਕਰਦਿਆਂ ਤੁਹਾਨੂੰ ਗਿਆਤ ਹੋ ਜਾਵੇਗਾ ਮੇਰੇ ਸਰੂਪ ਦਾ, ਤੁਸੀਂ ਪਹਿਚਾਨ ਲਵੋਗੇ, ਤੁਹਾਨੂੰ ਸੋਝੀ ਆ ਜਾਵੇਗੀ, ਗਿਆਤ ਕਰ ਲਵੋਗੇ। ਫਿਰ ਉਹ ਜਿਹੜਾ ਵੱਡਾ ਜਹਾਜ਼ ਬਾਣੀ ਦਾ ਅਸੀਂ ਤਿਆਰ ਕਰਾਂਗੇ, ਉਹ ਵੱਡੇ ਜਹਾਜ਼ ਦੇ ਵਿੱਚ ਬਿਠਾ ਕੇ ਤੁਹਾਨੂੰ ਸੰਸਾਰ ਸਾਗਰ ਤੋਂ ਪਾਰ ਕਰਕੇ ਬ੍ਰਹਮ ਲੋਕ ਵਿੱਚ ਲੈ ਕੇ ਆਵਾਂਗੇ। ਭੱਟ ਸਾਹਿਬਾਨ ਨੇ ਜਦੋਂ ਆ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਉਸਤਤ ਕੀਤੀ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਸਤਤ ਕੀਤੀ, ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਦੇਵ ਪਾਤਸ਼ਾਹ, ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਇਹਨਾਂ ਦੀ ਜਿਹੜੀ ਉਹ ਬਾਣੀ ਸੀ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਲਿਖਵਾਈ। ਹੁਣ ਇਹ ਭੱਟ ਜਿਹੜੇ ਹੋਏ ਨੇ, ਇਹ ਉੱਚ ਕੁਲ ਦੇ ਬ੍ਰਾਹਮਣ, ਵੇਦ, ਸਿਮਰਤੀਆਂ, ਪੁਰਾਣ, ਇਹਨਾਂ ਦੇ ਗਿਆਨਵਾਨ, ਇਹਨਾਂ ਨੂੰ ਪੜ੍ਹ ਕੇ ਗਿਆਨ ਪ੍ਰਾਪਤ ਕਰਨ ਵਾਲੇ ਹੋਏ ਨੇ। ਤੇ ਇਹ ਆਪਣੇ ਆਪ ਨੂੰ ਕਲਪ ਰਿਸ਼ੀ ਤੋਂ ਆਪਣਾ ਜਿਹੜਾ ਮੁੱਢ ਹੈ ਉੱਥੋਂ ਮੰਨਦੇ ਨੇ ਕਿ ਅਸੀਂ ਕਲਪ ਰਿਸ਼ੀ ਦੇ ਵਿੱਚ ਹੋਏ ਆ। ਜਿਹੜੀ ਇਹ ਸਰਸਵਤੀ ਨਦੀ ਵਹਿੰਦੀ ਹੈ ਕਰਨਾਲ ਦੇ ਕੋਲ, ਉਸ ਵਕਤ ਵਹਿੰਦੀ, ਜਿਹੜੇ ਇਸ ਨਦੀ ਤੋਂ ਪਾਰਲੇ ਬੰਨੇ ਰਹਿੰਦੇ ਸਨ ਉਹ ਆਪਣੇ ਆਪ ਨੂੰ ਗੌੜ ਜਿਹੜੇ ਬ੍ਰਾਹਮਣ ਕਰਕੇ ਮੰਨਦੇ ਸਨ।
ਤੇ ਜਿਹੜੇ ਉਰਲੇ ਪਾਸੇ ਰਹਿੰਦੇ ਸਨ ਉਹ ਸਰਾਸੁਤੀ ਕਰਕੇ ਆਪਣੇ ਆਪ ਨੂੰ ਬ੍ਰਾਹਮਣ ਕਰਕੇ ਮੰਨਦੇ ਸਨ। ਤੇ ਇਸ ਕਰਕੇ ਜਿਹੜੇ ਪਾਰਲੇ ਬੰਨੇ ਰਹਿੰਦੇ ਸਨ ਬ੍ਰਾਹਮਣ, ਗੌੜ ਬ੍ਰਾਹਮਣ, ਉਹ ਆਪਣੇ ਆਪ ਨੂੰ ਉੱਚ ਕੁੱਲ ਦੇ, ਉੱਚ ਜਾਤੀ ਦੇ ਮੰਨਦੇ ਸਨ ਤੇ ਸਾਰਸੁਤੀ ਵਾਲਿਆਂ ਨੂੰ ਨੀਚ ਕੁੱਲ ਦੇ ਮੰਨਦੇ ਸਨ। ਇਸ ਤਰ੍ਹਾਂ ਦੇ ਨਾਲ ਜਿਹੜੇ ਇਹ ਨੇ ਭੱਟ ਹੋਏ ਨੇ ਤੇ ਕਲਪਰਿਸ਼ੀ ਤੋਂ ਆਪਣਾ ਮੁੱਢ ਮੰਨਦੇ ਨੇ ਇਹ। ਸੋ ਇਹ ਜਦੋਂ ਇਹਨਾਂ ਦੇ ਮਨ ਅੰਦਰ ਹੰਕਾਰ ਜਿਹੜਾ ਸੀ ਉਹ ਵਧਿਆ, ਫਜ਼ੂਲ ਦਾ ਹੰਕਾਰ ਇਹਨਾਂ ਨੇ ਧਾਰਨ ਕਰ ਲਿਆ। ਇਹੀ ਜਨਮ ਦੇ ਜਗ ਮੈਂ ਫਿਰ ਫਿਰ ਸਕਲ ਵਿਕਾਰਨ ਮੂਲ ਉਧਾਰ। ਤੇ ਜਦੋਂ ਇਹ ਹੰਕਾਰ ਇਹਨਾਂ ਦੇ ਅੰਦਰ ਵਧਿਆ, ਪਰਮੇਸ਼ਰ ਨੇ ਵੇਖਿਆ ਕਿ ਇਹ ਤਾਂ ਬਹੁਤ ਹੰਕਾਰੀ ਹੋ ਗਏ ਨੇ। ਹੁਣ ਇਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਉਹ ਆਕਾਸ਼ਵਾਣੀ ਹੋਈ ਕਿ ਜਾਓ ਮਾਤ ਲੋਕ ਵਿੱਚ ਮਨੁੱਖੀ ਸਰੀਰ ਧਾਰਨ ਕਰਕੇ ਤੁਸੀਂ ਜਨਮ ਮਰਨ ਦੇ ਚੱਕਰ ਵਿੱਚ ਪਏ ਰਹੋਗੇ, ਜੋ ਵਚਨ ਹੋਇਆ। ਹੁਣ ਪਰਮੇਸ਼ਰ ਨੇ ਕਿਹਾ ਕਿ ਇਹਨਾਂ ਨੂੰ ਸੰਸਾਰ ਵਿੱਚ ਭੇਜ ਕੇ ਜਨਮ ਦੇ ਕੇ ਥਾਂ ਥਾਂ ਤੇ ਫੇਰ ਕੇ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਆਏ ਨੇ ਉਸ ਤੋਂ ਪਹਿਲਾਂ ਇਹ ਜਿੰਨੇ ਵੀ ਯੋਗੀ ਸਨ ਜਾਂ ਹੋਰ ਕੋਈ ਮਹਾਤਮਾ ਲੋਕ ਸਨ, ਸਾਰਿਆਂ ਦੇ ਕੋਲ ਚੱਲ ਕੇ ਗਏ, ਪਰ ਇਹਨਾਂ ਦੇ ਮਨ ਨੂੰ ਸ਼ਾਂਤੀ ਕਿਤੋਂ ਪ੍ਰਾਪਤ ਨਹੀਂ ਹੋਈ। ਤਕਰੀਬਨ 1 ਸਾਲ ਦਾ ਸਮਾਂ ਜਿਹੜਾ ਹੈ ਇਸ ਤਰ੍ਹਾਂ ਭਰਮਣ ਕਰਦੇ ਰਹੇ। ਤੇ ਜਦੋਂ ਪਰਮੇਸ਼ਰ ਨੇ ਵਿਚਾਰਿਆ ਕਿ ਇਹਨਾਂ ਨੂੰ ਜਨਮ ਦੇ ਕੇ ਮੈਂ ਸੰਸਾਰ ਵਿੱਚ ਭੇਜਦਾ ਤੇ ਜਗਤ ਵਿੱਚ ਫਿਰਦੇ ਫਰਾਉਂਦੇ ਜਿਹੜੇ ਨੇ ਇਹਨਾਂ ਨੇ ਫਜ਼ੂਲ ਦਾ ਹੰਕਾਰ ਹਿਰਦੇ ਅੰਦਰ ਵਧਾਇਆ, ਇਹ ਇਹਨਾਂ ਦਾ ਮੈਂ ਨਾਸ਼ ਕਰਾਂਗਾ। ਇਨ ਉਰ ਤੇ ਅਬ ਕਰੋ ਉਖਾਰਨ ਕਿਰਪਾ ਸਿੰਧ ਇਸ ਵਿਦ ਉਰ ਧਾਰ। ਪਰਮੇਸ਼ਰ ਨੇ ਵਿਚਾਰਿਆ ਕਿ ਇਹਨਾਂ ਦਾ ਹੰਕਾਰ ਦੂਰ ਕਰਨਾ ਬਹੁਤ ਜ਼ਰੂਰੀ ਹੈ ਜਿਹੜਾ ਵਧਿਆ ਹੈ। ਹੁਣ ਇਸ ਤਰ੍ਹਾਂ ਇਹਨਾਂ ਨੂੰ ਮੈਂ ਮਨੁੱਖੀ ਜਨਮ ਦੇ ਕੇ ਸੰਸਾਰ ਵਿੱਚ ਭੇਜ ਕੇ ਜਦੋਂ ਥਾਂ ਥਾਂ ਤੇ ਫੇਰਾਂਗਾ ਤੇ ਇਹਨਾਂ ਦੇ ਹਿਰਦੇ ਦਾ ਹੰਕਾਰ ਜਿਹੜਾ ਉਹ ਖੇਡ ਦਿਆਂਗਾ, ਦੂਰ ਕਰ ਦਿਆਂਗਾ। ਕਿਰਪਾ ਸਿੰਧ, ਕਿਰਪਾ ਦੇ ਸਮੁੰਦਰ ਸਾਗਰ ਵਾਹਿਗੁਰੂ ਪਰਮੇਸ਼ਰ ਨੇ ਇਸ ਤਰ੍ਹਾਂ ਵਿਚਾਰਿਆ। ਭਈ ਗगन ਬਾਨੀ ਤਬ ਇਨਕੋ ਨਰ ਸਰੀਰ ਕੋ ਲਿਓ ਅਵਤਾਰ। ਉਸ ਵਕਤ ਫਿਰ ਆਕਾਸ਼ਬਾਣੀ ਹੋਈ, ਆਕਾਸ਼ਬਾਣੀ ਹੋਈ ਤੇ ਕਿਹਾ ਕਿ ਜਾਓ ਸੰਸਾਰ ਦੇ ਵਿੱਚ ਮਨੁੱਖੀ ਜਨਮ ਲੈਣਾ ਕਰੋ, ਮਨੁੱਖ ਜਾਮਾ ਧਾਰਨ ਕਰੋ। ਤੁਮਰੇ ਔਰ ਹੰਕਾਰ ਵਿਕਾਰ ਜੋ ਨਿਸ਼ਫਲ ਕਰੋ ਜਾਨ ਇਮਲੇ ਹੋ। ਤੇ ਜਿਹੜਾ ਤੁਹਾਡੇ ਅੰਦਰ ਹੰਕਾਰ ਹੈ, ਇਹ ਹੰਕਾਰ ਤੁਸੀਂ ਫਜ਼ੂਲ ਦਾ ਹੰਕਾਰ ਵਧਾਇਆ ਹੈ, ਇਹ ਹੰਕਾਰ ਨੂੰ ਦੂਰ ਕਰਨ ਵਾਸਤੇ ਗੁਰ ਬਿਨ ਹਿਰਦੇ ਪ੍ਰਕਾਸ਼ ਨਾ ਹੋਵਤ ਜਾਂ ਤੇ ਮੂਲ ਸਤ ਗੁਰੂ ਦੇਹੋ। ਤੇ ਗੁਰੂ ਤੋਂ ਬਿਨਾ ਹਿਰਦੇ ਦੇ ਅੰਦਰ ਪ੍ਰਕਾਸ਼ ਨਹੀਂ ਹੋ ਸਕਦਾ। ਗੁਰੂ ਤੋਂ ਬਿਨਾ ਹਿਰਦੇ ਦੇ ਅੰਦਰ ਗਿਆਨ ਦੀ ਜੋਤ ਨਹੀਂ ਜਗ ਸਕਦੀ। ਗੁਰੂ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਗਿਆਨ ਗੁਰੂ ਦੇ ਕੋਲੋਂ ਪ੍ਰਾਪਤ ਹੋ ਸਕਦਾ ਹੈ। ਗੁਰੂ ਬਿਨ ਗਿਆਨ ਨਾ ਹੋਵੇ, ਗੁਰੂ ਤੋਂ ਬਿਨਾ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਕਹਿਣ ਲੱਗੇ ਪਰਮੇਸ਼ਰ ਨੇ ਕਿਹਾ ਕਿ ਗੁਰੂ ਤੋਂ ਬਿਨਾ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋਣਾ। ਇਹ ਇਸ ਪ੍ਰਕਾਰ ਦੇ ਨਾਲ ਤੁਸੀਂ ਜਾ ਕੇ ਪਹਿਲਾਂ ਗੁਰੂ ਜਿਹੜਾ ਉਹ ਧਾਰਨ ਕਰੋ, ਤਾਂ ਕਰਕੇ ਤੁਹਾਨੂੰ ਮਨੁੱਖਾ ਦੇਹ ਜਿਹੜੀ ਹੈ ਇਹ ਦਿੱਤੀ ਹੈ। ਤੁਮਰੋ ਖੇਦ ਬਿਨਸ ਤਰ ਜਾਵੇ ਕਰੋ ਗੁਰੂ ਜਿਤ ਕਿਤ ਦ੍ਰਿਸ਼ਟੇ ਹੋ। ਤੇ ਪ੍ਰਕਾਸ਼ ਦਾ ਗਿਆਨ ਦਾ ਮੁੱਢ ਸਤਿਗੁਰੂ ਹੈ। ਗਿਆਨ ਗੁਰੂ ਦੇ ਕੋਲ ਹੈ। ਮੂਲ ਮੁੱਢ ਜਿਹੜਾ ਉਹ ਗੁਰੂ ਹੈ ਗਿਆਨ ਦਾ। ਇਸ ਕਰਕੇ ਤੁਮਰੋ ਖੇਦ ਬਿਨਸ ਕਰ ਜਾਵੇ, ਜਾਓ ਜਾ ਕੇ ਗੁਰੂ ਧਾਰਨ ਕਰੋ। ਸੰਸਾਰ ਵਿੱਚ ਫਿਰ ਕੇ ਜਿੱਥੇ ਕਿਥੇ ਵੇਖ ਕੇ
ਗੁਰੂ ਨੂੰ ਧਾਰਨ ਕਰੋ। ਤੁਹਾਡੇ ਹਿਰਦੇ ਦੇ ਅੰਦਰ ਵਧਿਆ ਹੋਇਆ ਜਿਹੜਾ ਹੰਕਾਰ ਹੈ ਉਹ ਗੁਰੂ ਕੋਲੋਂ ਜਾ ਕੇ ਹੁਣ ਦੂਰ ਹੋਵੇਗਾ। ਤੁਹਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ। ਸਤਿਗੁਰ ਬਿਨਾ ਨ ਸ਼ਾਂਤੀ ਪਈਤ, ਜਾਂ ਤੇ ਬਨੋ ਸਿੱਖ ਹਿਤ ਦੇਹੋ। ਤੇ ਗੁਰੂ ਤੋਂ ਬਿਨਾ ਸ਼ਾਂਤੀ ਪ੍ਰਾਪਤ ਨਹੀਂ ਹੋਣੀ। ਤਾਂ ਹੀ ਤਾਂ ਕਿੰਨਾ ਲੰਬਾ ਸਮਾਂ ਇਹ ਭਟਕਦੇ ਰਹੇ ਸ਼ਾਂਤੀ ਪ੍ਰਾਪਤ ਕਰਨ ਵਾਸਤੇ। ਜਿੱਥੇ ਕਿਥੇ ਜੋਗੀਆਂ ਕੋਲ, ਉਦਾਸੀਆਂ ਕੋਲ, ਜਿੱਥੇ ਵੀ ਪਤਾ ਲੱਗਿਆ ਚੱਲ ਕੇ ਜਾਂਦੇ ਰਹੇ, ਪਰ ਕਿਤੋਂ ਮਨ ਨੂੰ ਸ਼ਾਂਤੀ ਨਹੀਂ ਮਿਲੀ। ਅੱਜ ਵੀ ਆਪਾਂ ਵੇਖ ਲਈਏ ਸੰਸਾਰ ਭਟਕ ਰਿਹਾ ਹੈ, ਥਾਂ ਥਾਂ ਤੇ ਭਟਕ ਰਿਹਾ ਹੈ, ਪਰ ਕਿਤੋਂ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਜਦੋਂ ਅਸੀਂ ਚੱਲ ਕੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਜਾਂਦੇ ਆ, ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਦੋਂ ਕੰਨਾਂ ਵਿੱਚ ਪੈਂਦੀ ਹੈ ਤੇ ਹਿਰਦੇ 'ਚ ਉਤਰਦੀ ਹੈ, ਹਿਰਦਾ ਸ਼ਾਂਤ ਹੋ ਜਾਂਦਾ ਹੈ, ਹਿਰਦੇ ਨੂੰ ਸ਼ਾਂਤੀ ਮਿਲ ਜਾਂਦੀ ਹੈ। ਸੋ ਕਹਿਣਾ ਕੀਤਾ ਕਿ ਹਿਰਦੇ ਦੀ ਸ਼ਾਂਤੀ ਜਿਹੜੀ ਹੈ ਉਹ ਗੁਰੂ ਤੋਂ ਬਿਨਾਂ ਨਹੀਂ ਮਿਲਣੀ। ਤੇ ਗੁਰੂ ਦੇ ਕੋਲ ਜਾ ਕੇ ਗੁਰੂ ਦੇ ਸਿੱਖ ਬਣ ਕੇ ਤੁਸੀਂ ਜਿਹੜਾ ਆਪਣਾ ਇਹ ਵਿਕਾਰ ਦੂਰ ਕਰਕੇ ਸ਼ਾਂਤੀ ਨੂੰ ਪ੍ਰਾਪਤ ਕਰੋਗੇ। ਇਕ ਇਕ ਬੇਦ ਚਤੁਰ ਬਪ ਧਾਰੋ, ਬ੍ਰਹਮਾ ਤੁਮ ਸੰਗ ਨਰ ਤਨ ਪਾਏ। ਤੇ ਨਾਲ ਹੀ ਇਹ ਵੀ ਕਹਿ ਦਿੱਤਾ, 4 ਵੇਦ ਸਨ। ਕਹਿਣ ਲੱਗੇ ਕਿ ਇੱਕ ਇੱਕ ਵੇਦ 4 ਸਰੀਰ ਧਾਰਨ ਕਰੇਗਾ। ਇੱਕ ਇੱਕ ਵੇਦ 4 ਸਰੀਰ ਧਾਰਨ ਕਰੇਗਾ। ਤੇ ਨਾਲ ਹੀ ਕਹਿ ਦਿੱਤਾ ਬ੍ਰਹਮਾ ਵੀ ਤੁਹਾਡੇ ਨਾਲ ਮਨੁੱਖੀ ਜਿਹੜਾ ਜਨਮ ਹੈ ਉਹ ਪ੍ਰਾਪਤ ਕਰੇਗਾ। ਤੁਹਾਡੇ ਨਾਲ ਇਹਨੂੰ ਵੀ ਮਨੁੱਖੀ ਜਨਮ ਲੈਣਾ ਪਵੇਗਾ। ਰਚਕ ਸਦਾ ਹੋਤ ਜਿਤ ਕਿਤ ਇਹ, ਤੁਮਰੋ ਬਿਗਨ ਸਕਲ ਬਿਨਸਾਏ। ਤੇ ਤੁਹਾਡੇ ਨਾਲ ਇਹ ਵੀ ਜਨਮ ਨੂੰ ਪਾ ਕਰਕੇ ਜਿੱਥੇ ਕਿਥੇ ਤੁਹਾਡੇ ਨਾਲ ਵਿਚਰੇਗਾ, ਤੁਹਾਡੇ ਨਾਲ ਰਹੇਗਾ ਤੇ ਤੁਹਾਡਾ ਰਸ਼ਕ ਬਣ ਕੇ ਤੁਹਾਡੇ ਨਾਲ ਵਿਚਰੇਗਾ। ਗਗਨ ਗਿਰਾ ਇਮ ਕਯੋ, ਮੌਨ ਪੁਨ ਸੁਨ ਸਭ ਬੇਦ ਰਹੇ ਬਿਸਮਾਏ। ਤੇ ਤੁਹਾਡੇ ਜੇ ਕੋਈ ਤੁਹਾਨੂੰ ਦੁੱਖ ਆਵੇਗਾ ਤੇ ਉਹ ਦੁੱਖ ਨੂੰ ਦੂਰ ਕਰੇਗਾ। ਇਸ ਕਰਕੇ ਬ੍ਰਹਮਾ ਤੁਹਾਡੇ ਨਾਲ ਹੀ ਰਹੇਗਾ, ਇਹਨੂੰ ਵੀ ਤੁਹਾਡੇ ਨਾਲ ਹੀ ਜਾਣਾ ਪਵੇਗਾ। ਇਸ ਤਰ੍ਹਾਂ ਜਦੋਂ ਆਕਾਸ਼ਬਾਣੀ ਹੋਈ ਤੇ ਆਕਾਸ਼ਬਾਣੀ ਹੋਣ ਤੋਂ ਬਾਅਦ ਇੱਕਦਮ ਚਾਰੇ ਪਾਸੇ ਜਿਹੜੀ ਚੁੱਪ ਸੀ ਉਹ ਪਸਰ ਗਈ। ਤੇ ਵੇਦ ਜਿਹੜੇ ਸਨ ਇਹ ਸੁਣ ਕੇ ਬੜੇ ਹੈਰਾਨ ਹੋਏ। ਕਮਲਜ ਸਹਿਤ ਵਿਚਾਰਨ ਕਰਕੇ, ਛਿਤ ਅਵਤਰੇ ਸਰੂਪ ਬਨਾਏ। ਹੁਣ ਬ੍ਰਹਮਾ ਦੇ ਸਹਿਤ ਮਿਲ ਕੇ ਇਹਨਾਂ ਨੇ ਵਿਚਾਰ ਕੀਤੀ। ਹੁਣ ਇਹਨਾਂ ਨੇ ਦੇਖਿਆ ਕਿ ਸਾਡੀ ਗਲਤੀ ਜਿਹੜੀ ਹੈ ਉਹ ਗਲਤੀ ਦੇ ਕਾਰਨ ਸਾਨੂੰ ਸਜ਼ਾ ਮਿਲੀ ਹੈ। ਤੇ ਬੇਨਤੀ ਕੀਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਫਿਰ ਸਮਾਂ ਵੀ ਦੱਸ ਦਿੱਤਾ ਕਿ ਕਦੋਂ ਸਮਾਂ ਆਵੇਗਾ ਤੁਹਾਡੇ ਉਧਾਰ ਦਾ। ਤੇ ਹੁਣ ਇਹ ਸੁਣ ਕੇ ਫਿਰ ਬ੍ਰਹਮਾ ਦੇ ਨਾਲ ਵਿਚਾਰ ਕਰਕੇ ਫਿਰ ਇਹਨਾਂ ਨੇ ਅਵਤਾਰ ਧਾਰਨ ਕਰਕੇ ਇਸ ਮਾਤ ਲੋਕ ਦੇ ਵਿੱਚ ਜਗਤ ਦੇ ਵਿੱਚ ਆਉਣਾ ਕੀਤਾ। ਇੱਕ ਇੱਕ ਵੇਦ ਚਤੁਰ ਬਪ ਧਾਰੇ, ਪ੍ਰਗਟ ਨਾਮ ਤਿਨ ਕਹੋ ਅਸੰਸ। ਕਹਿਣ ਲੱਗੇ ਜਿਵੇਂ ਫਿਰ ਆਕਾਸ਼ਬਾਣੀ ਦੇ ਵਿੱਚ ਕਿਹਾ ਗਿਆ ਸੀ ਕਿ ਇੱਕ ਇੱਕ ਵੇਦ 4 ਸਰੀਰ ਧਾਰਨ ਕਰੇਗਾ, 4 ਰੂਪ ਧਾਰਨ ਕਰੇਗਾ। ਕਹਿਣ ਲੱਗੇ ਇਸ ਪ੍ਰਕਾਰ ਦੇ ਨਾਲ ਫਿਰ ਇੱਕ ਇੱਕ ਵੇਦ ਨੇ 4 ਜਿਹੜੇ ਸਨ ਸਰੀਰ ਉਹ ਧਾਰਨ ਕੀਤੇ। ਤੇ ਉਹਨਾਂ ਦੇ ਨਾਮ ਜਿਹੜੇ ਨੇ ਮੈਂ ਬਿਨਾਂ ਸੰਸ਼ੇ ਤੋਂ ਇੱਥੇ ਆਪ ਜੀ ਨੂੰ ਦੱਸਦਾ ਹਾਂ। ਪੂਰਨ ਸ਼ਾਮ ਵੇਦ ਕੇ ਇਹ ਭੇ, ਮਥੁਰਾ ਜਾਲਪ ਬਲ ਹਰਬੰਸ। ਪਹਿਲਾ ਸ਼ਿਆਮ ਵੇਦ, ਸ਼ਿਆਮ ਵੇਦ ਦੇ ਜਿਹੜੇ 4 ਰੂਪ ਸਰੀਰ ਧਾਰਨ ਕੀਤੇ ਉਹ ਕਿਹੜੇ ਸਨ? ਪਹਿਲਾ ਮਥੁਰਾ, ਜਾਲਪ, ਬਲ ਤੇ ਹਰਬੰਸ। ਇਹਨਾਂ ਦੀ ਸਵਈਏ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ ਪੜ੍ਹਦੇ ਸੁਣਦੇ ਹੋ, ਇਹ ਜਿਹੜੇ 4 ਮਥੁਰਾ, ਜਾਲਪ, ਬਲ ਤੇ ਹਰਬੰਸ ਇਹ ਸ਼ਿਆਮ ਵੇਦ ਨੇ 4 ਰੂਪ ਜਿਹੜੇ ਧਾਰਨ ਕੀਤੇ। ਪੁਨਰਿਗ ਵੇਦ ਕਲਿਆ
ਜਲ ਨਲ ਤ੍ਰੈ ਕਲ ਸਹਾਰ ਚੌਥੋ ਗਿਨ ਅੰਸ। ਇਸ ਤਰ੍ਹਾਂ ਫਿਰ ਜਿਹੜਾ ਰਿਗਵੇਦ ਸੀ, ਰਿਗਵੇਦ ਨੇ ਕਲ ਜਲ ਨਲ ਤੇ ਜਲ ਇਸ ਪ੍ਰਕਾਰ ਦੇ ਨਾਲ ਬ੍ਰਾਹਮਣ ਵੰਸ਼ ਦੇ ਵਿੱਚ ਭਲ ਇਹ ਜਿਹੜੇ ਸਰੂਪ ਸਨ ਉਹ ਧਾਰਨ ਕੀਤੇ। ਭਏ ਜੁਜਰ ਕੇ ਟੱਲਿਆ ਸੱਲਿਆ ਪੁਨ ਜਲਿਆ ਭੱਲਿਆ ਉਪਜੇ ਦਿਜ ਬੰਸ। ਤੇ ਜਜੁਰਵੇਦ ਨੇ ਟਲ ਸਲ ਪੁੰਨ ਤੇ ਗੋਇੰਦ ਜਲ ਤੇ ਭਲ ਇਹ ਜਿਹੜੇ ਸਨ ਬ੍ਰਾਹਮਣ ਵੰਸ਼ ਦੇ ਵਿੱਚ ਚਾਰ ਰੂਪ ਧਾਰਨ ਕੀਤੇ। ਬਹੁਰ ਅਥਰ ਬਣ ਦਾਸ ਅਰ ਕੀਰਤ ਗਿਨ ਗਇੰਦ ਸਦ ਰੰਗ ਸੁਚਾਰ। ਤੇ ਫਿਰ ਅੱਗੇ ਚੌਥਾ ਵੇਦ ਅਥਰਬਣ। ਅਥਰਬਣ ਦੇ ਚਾਰ ਰੂਪ ਕਿਹੜੇ ਸਨ? ਦਾਸ, ਕੀਰਤ ਤੇ ਗਇੰਦ ਤੇ ਸਦ ਰੰਗ। ਇਹ ਚਾਰ ਰੂਪ ਜਿਹੜੇ ਸਨ ਅਥਰਬਣ ਵੇਦ ਨੇ ਧਾਰਨ ਕੀਤੇ। ਕਮਲਾਸਨ ਕੋ ਭਿੱਖਾ ਨਾਮ ਸੋ ਇਨ ਸਭ ਤੇ ਪਾ ਅਦਕ ਉਧਾਰ। ਤੇ ਜਿਹੜਾ ਭਿੱਖਾ ਭੱਟ ਜੀ ਹੋਏ ਨੇ, ਬ੍ਰਹਮ ਜਿਹੜਾ ਸੀ, ਬ੍ਰਹਮ ਨੇ ਫਿਰ ਬ੍ਰਹਮਾ ਨੇ ਭਾਵ ਬ੍ਰਹਮਾ ਨੇ ਭਿੱਖਾ ਜੀ ਦਾ ਰੂਪ ਜਿਹੜਾ ਸੀ ਉਹ ਧਾਰਨ ਕੀਤਾ। ਵਿਪਰ ਸਰੀਰ ਪਾਟ ਪਈ ਸੰਗਿਆ ਵੱਡੇ ਬੈਸ ਮੈਂ ਭੇ ਇੱਕ ਸਾਰ। ਇਸ ਤਰ੍ਹਾਂ ਇਹਨਾਂ ਨੇ ਬ੍ਰਾਹਮਣ ਦੇ ਰੂਪ ਵਿੱਚ ਜਿਹੜਾ ਸੀ ਉਹ ਸਰੀਰ ਧਾਰਨ ਕੀਤੇ ਜਿਹੜੇ ਭੱਟ ਕਹਿਲਾਏ, ਜਿਨ੍ਹਾਂ ਨੂੰ ਭਾਟ ਕਿਹਾ ਗਿਆ। ਵੱਡੇ ਬੈਸ ਮੈਂ ਭੈ ਇੱਕ ਸਾਰ, ਇਹ ਜਿਹੜੇ ਸਾਰੇ ਸਨ ਵੱਡੀ ਉਮਰ ਦੇ ਜਿਹੜੇ ਸਨ, ਇੱਕ ਸਾਰ ਵੱਡੀ ਉਮਰ ਵਾਲੇ ਹੋਏ। ਹੋਏ ਇਕਤਰ ਲਗੇ ਗੁਰ ਖੋਜਨ ਦੇਸ਼ ਵਿਦੇਸ਼ਨ ਮੈਂ ਹਿਤ ਧਾਰ। ਤੇ ਹੁਣ ਆਕਾਸ਼ਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਹਾ ਕਿ ਜੋ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋਣੀ ਹੈ, ਜੋ ਹਿਰਦੇ ਦੀ ਸ਼ਾਂਤੀ ਮਿਲਣੀ ਹੈ, ਉਹ ਤੁਹਾਨੂੰ ਗੁਰੂ ਦੇ ਕੋਲੋਂ ਮਿਲਣੀ ਹੈ। ਗੁਰੂ ਧਾਰਨ ਕਰੋਗੇ, ਗੁਰੂ ਦੀ ਸਿੱਖੀ ਨੂੰ ਗ੍ਰਹਿਣ ਕਰੋਗੇ, ਸਿੱਖ ਬਣੋਗੇ, ਤਾਂ ਤੁਹਾਨੂੰ ਜਾ ਕੇ ਗਿਆਨ ਪ੍ਰਾਪਤ ਹੋਣਾ ਹੈ ਤੇ ਤੁਹਾਡੇ ਹਿਰਦੇ ਅੰਦਰ ਸ਼ਾਂਤੀ ਆਉਣੀ ਹੈ। ਹੁਣ ਇਹ ਸਾਰਿਆਂ ਨੇ ਇਹ ਜਿਹੜੇ ਸਰੂਪ ਸਨ ਧਾਰਨ ਕਰ ਲਏ, ਚਾਰ ਚਾਰ ਰੂਪ ਜਿਹੜੇ ਧਾਰਨ ਕੀਤੇ, ਧਾਰਨ ਕਰਕੇ ਹੁਣ ਜਗਤ ਦੇ ਵਿੱਚ ਆ ਕੇ ਇਹ ਫਿਰਨ ਲੱਗੇ, ਦੇਸ਼ ਵਿਦੇਸ਼ ਦੇ ਵਿੱਚ ਖੋਜ ਕਰਨ ਲੱਗੇ ਹਿੱਤ ਧਾਰ ਕੇ ਕਿ ਸਾਨੂੰ ਗੁਰੂ ਜਿਹੜਾ ਹੈ ਉਹ ਮਿਲ ਜਾਵੇ। ਗੁਰੂ ਧਾਰਨ ਕਰਕੇ ਅਸੀਂ ਸ਼ਾਂਤੀ ਪ੍ਰਾਪਤ ਕਰ ਲਈਏ, ਗਿਆਨ ਪ੍ਰਾਪਤ ਕਰ ਲਈਏ। ਹੁਣ ਗੁਰੂ ਦੇ ਭਾਲ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਫਿਰ ਕੇ ਖੋਜ ਕਰਨ ਲੱਗੇ। ਪੰਥ ਜਿਤੇ ਜਗ ਵਿਖੇ ਪਰ ਬਿਰਤੇ ਸਭ ਕੇ ਨਿਕਟ ਕਰਤ ਪ੍ਰਸਥਾਨ। ਤੇ ਉਸ ਵਕਤ ਜਗਤ ਦੇ ਵਿੱਚ, ਸੰਸਾਰ ਵਿੱਚ ਜਿੰਨੇ ਵੀ ਪੰਥ ਪ੍ਰਚਲਿਤ ਸਨ, ਜੋ ਪੰਥ ਪ੍ਰਗਟ ਸਨ, ਪ੍ਰਚਲਿਤ ਸਨ, ਉਹ ਸਾਰੇ ਪੰਥਾਂ ਦੇ ਕੋਲ, ਜਿੰਨੇ ਵੀ ਪ੍ਰਚਲਿਤ ਪੰਥ ਸਨ, ਸਾਰਿਆਂ ਦੇ ਕੋਲ ਚੱਲ ਕੇ ਇਹ ਜਿਹੜੇ ਭੱਟ ਸਨ ਗਏ, ਚਾਰੇ ਵੇਦ ਜਿਹੜੇ ਤੇ ਬ੍ਰਹਮਾ ਦੇ ਸਮੇਤ। ਗਿਰੀ ਪੁਰੀ ਆਦਿਕ ਸੰਨਿਆਸੀ ਤਿਨ ਤੇ ਸੁਨੋ ਬੈਨ ਇਕ ਠਾਨ। ਇਹਨਾਂ ਦੇ ਵਿੱਚ ਗਿਰੀ ਤੇ ਪੁਰੀ ਇਹ ਸੰਨਿਆਸੀਆਂ ਦੀਆਂ ਕਿਸਮਾਂ ਨੇ। ਇਹਨਾਂ ਦੇ ਪੰਥ ਵੀ ਸੰਸਾਰ ਵਿੱਚ ਪ੍ਰਚਲਿਤ ਸਨ ਤੇ ਇਹਨਾਂ ਦੇ ਕੋਲ ਚੱਲ ਕੇ ਵੀ ਇਹ ਗਏ, ਵਿਚਾਰ ਚਰਚਾ ਕੀਤੇ। ਜੋਗ ਅਭਿਆਸੀ ਅਰ ਕੰਨ ਪਾਟੇ ਦੋਨੋਂ ਟਿਕ ਕੀਏ ਸੰਗ ਮਹਾਨ। ਬੜੇ ਬੜੇ ਵੱਡੇ ਯੋਗ ਦੇ ਅਭਿਆਸੀ, ਯੋਗ ਦਾ ਅਭਿਆਸ ਕਰਨ ਵਾਲੇ ਤੇ ਕੰਨ ਪਾਟੇ ਜਿਹੜੇ ਜੋਗੀ ਨੇ, ਇਹ ਦੋਨਾਂ ਦੇ ਕੋਲ ਚੱਲ ਕੇ ਗਏ। ਬ੍ਰਹਮਚਾਰੀ ਤਪਸੀ ਬੈਰਾਗੀ ਅਪਰ ਕਿਤਕ ਕੋ ਕਰੇ ਬਖਾਨ। ਬ੍ਰਹਮਚਾਰੀ, ਤਪਸਵੀ, ਬੈਰਾਗੀ, ਹੋਰ ਕਿੰਨੇ ਕੁ ਕਵੀ ਸੰਤੋਖ ਸੰਗ ਲਿਖਦੇ ਨੇ ਵੀ ਕਿ ਬਿਆਨ ਕਰਕੇ ਇੱਥੇ ਦੱਸਣਾ ਕਰੀਏ। ਜਿਨ੍ਹਾਂ ਜਿਨ੍ਹਾਂ ਦੇ ਕੋਲ ਇਹ ਚੱਲ ਕੇ ਗਏ।
ਸੰਮਤ ਏਕ ਫਿਰੇ ਜਗ ਖੋਜਤ, ਜੇ ਸਾਧਿਕ ਪਰਲੋਕ ਉਧਾਰ। ਇੱਕ ਸਾਲ ਇਹ ਖੋਜ ਕਰਦੇ ਰਹੇ ਗੁਰੂ ਦੀ। ਇੱਕ ਸਾਲ ਦਾ ਸਮਾਂ ਲੱਗਿਆ, ਗੁਰੂ ਨੂੰ ਖੋਜਦੇ ਰਹੇ। ਸਾਰਿਆਂ ਦੇ ਕੋਲ ਚੱਲ ਕੇ ਗਏ, ਸ੍ਰੇਸ਼ਟ ਪ੍ਰਲੋਕ ਤੇ ਸਾਧਨਾ ਕਰਨ ਵਾਲੇ ਇਹ ਸਾਰਿਆਂ ਦੇ ਕੋਲ ਚੱਲ ਕੇ ਗਏ।